ਵੇਖਣ ਤੋਂ ਸਾਰੇ ਭਰਾਵਾਂ ਨੂੰ ਅਸਲਾਮ ਵਾਲੇਕੁਮ। ਤੁਸੀਂ ਦੇਖ ਸਾਡਾ YouTube ਚੈਨਲ ਸਾਲੇਪੁਰ ਗੋਟ ਫਾਰਮ। ਉਮੀਦ ਕਰਦਾ ਸਾਰੇ ਭਾਈ ਠੀਕ ਹੋਣਗੇ। ਸੋ ਦੋਸਤੋ, ਅੱਜ ਦੀ ਵੀਡੀਓ ਹੈਗੀ ਆ ਨਵੇਂ ਫਾਰਮਰ ਜਿਹੜੇ ਆ ਵੀ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਜੋ ਜਾਨਵਰ ਬਿਮਾਰ ਹੁੰਦਾ ਤੇ ਉਹ ਕਿਹੜੀ ਕੰਡੀਸ਼ਨ ਵਿੱਚ ਹੁੰਦਾ ਵਾ। ਅੱਜ ਉਹਦੇ 'ਤੇ ਗੱਲ ਕਰਨੀ ਆ ਕਿਉਂਕਿ ਮੇਰੇ ਨਾਲ 2-3 ਵਾਕਿਆ ਹੋ ਚੁੱਕੇ ਆ। ਠੀਕ ਹੈ, ਇਹ ਵਾਲੀ ਬੱਕਰੀ, ਠੀਕ ਹੈ, ਇਹ ਬੱਕਰਾ ਤੇ ਉਹ ਜਿਹੜਾ ਸਾਹਮਣੇ ਬੱਕਰਾ ਬੈਠਾ, ਠੀਕ ਹੈ ਨਾ। ਵੀ ਇਹ ਜਿਹੜੇ 3 ਹੈਗੇ ਆ ਨਾ, ਇਹਨਾਂ ਨੂੰ ਬੁਖਾਰ ਹੋਇਆ ਸੀਗਾ। ਟੈਂਪਰੇਚਰ ਇਹਨਾਂ ਦਾ ਕਾਫੀ ਹਾਈ ਹੋਇਆ ਸੀ, 105-6 ਤੱਕ ਇਹਨਾਂ ਟੈਂਪਰੇਚਰ ਗਿਆ ਵਾ, 4-5 ਤੱਕ। ਤੇ ਉਹ ਚਲੋ ਮੈਨੂੰ ਪਤਾ ਲੱਗ ਗਿਆ ਤੇ ਮੈਂ ਡਾਕਟਰ ਨੂੰ ਬੁਲਾ ਕੇ ਤੇ ਇਹਨਾਂ ਦਾ ਇਲਾਜ ਕਰਵਾ ਲਿਆ, ਠੀਕ ਹੈ ਨਾ। ਤੇ ਚਲੋ ਬਚਤ ਹੋ ਗਈ ਆ, ਠੀਕ ਹੈ। ਅਗਰ ਮੈਨੂੰ ਪਤਾ ਨਾ ਲੱਗਦਾ ਤੇ ਉਹ ਤੁਹਾਨੂੰ ਪਤਾ ਫਿਰ ਨੁਕਸਾਨ ਜਿਹੜਾ ਜ਼ਿਆਦਾ ਹੋਣਾ ਸੀਗਾ ਜਾਨਵਰਾਂ ਦਾ। ਤੇ ਅੱਜ ਤੁਹਾਨੂੰ ਦੱਸਣਾ ਵਾ ਕਿ ਬਿਮਾਰ ਜਾਨਵਰ ਦੀ ਪਹਿਚਾਣ, ਠੀਕ ਹੈ ਨਾ। ਵੀ ਉਹਦੀ ਪਹਿਚਾਣ ਕੀ ਹੈ ਜਦੋਂ ਉਹ ਬਿਮਾਰ ਹੁੰਦਾ ਵਾ, ਕਿਹੜੀ ਕੰਡੀਸ਼ਨ ਵਿੱਚ ਹੁੰਦਾ ਵਾ, ਵੀ ਉਹ ਕੀ ਹਰਕਤ ਕੀ ਕਰਦਾ ਵਾ, ਜਦੋਂ ਸਾਨੂੰ ਪਤਾ ਲੱਗੇਗਾ ਕਿ ਜਾਨਵਰ ਸਾਡਾ ਬਿਮਾਰ ਆ। ਅੱਜ ਤੁਹਾਨੂੰ ਉਹਦੇ ਬਾਰੇ ਦੱਸਾਂਗੇ, ਠੀਕ ਹੈ ਨਾ। ਤੇ ਵੀਡੀਓ ਦੋਸਤਾਂ ਨੇ ਐਂਡ ਤੱਕ ਦੇਖਣੀ ਲਾਜ਼ਮੀ, ਠੀਕ ਹੈ ਨਾ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਜਿਹੜੇ ਭਰਾ ਨਵੇਂ ਆ ਚੈਨਲ ਸਬਸਕ੍ਰਾਈਬ ਕਰੋ। ਤੇ ਜਿਹੜੇ ਭਰਾ ਮੇਰੀ ਵੀਡੀਓ ਆਲਰੇਡੀ ਦੇਖਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਠੀਕ ਹੈ। ਅੱਛਾ ਦੋਸਤੋ, ਤੁਸੀਂ ਨਾ ਜਿੰਨੀ ਦੇਰ ਤੱਕ ਤੁਸੀਂ ਆਪਣੇ ਜਾਨਵਰਾਂ ਦੇ ਵਿੱਚ ਰਹੋਗੇ, ਠੀਕ ਹੈ ਨਾ, ਉਹਨਾਂ ਤੁਹਾਡੇ ਵਾਸਤੇ ਜ਼ਿਆਦਾ ਫਾਇਦੇਮੰਦ ਆ, ਠੀਕ ਹੈ ਨਾ। ਵੀ ਅਗਰ ਤੁਸੀਂ ਜਾਨਵਰ ਰੱਖੇ ਆ ਤੁਹਾਨੂੰ ਉਹਦੇ ਵਿੱਚ ਬਹਿਣਾ ਪਏਗਾ। ਹੁਣ ਮੈਂ ਰੱਖੇ ਹੋਏ ਆ, ਆਪਣਾ ਸਟਾਰਟ ਕੀਤੀ ਆ ਗੋਟ ਫਾਰਮਿੰਗ, ਠੀਕ ਹੈ ਨਾ। ਤੇ ਇਹ ਤੁਹਾਨੂੰ ਪਤਾ ਵਾ ਸਟਾਰਟ ਕੀਤੀ ਹੈ ਤਾਂ ਸਾਰੀ ਗੱਲ ਆ, ਫਿਰ ਵਿੱਚ ਤੇ ਰਹਿਣੇ ਪੈਣਾ ਇਹਦੇ। ਹੁਣ ਜਿੰਨੀ ਦੇਰ ਤੱਕ ਆਪਾਂ ਜਾਨਵਰਾਂ ਦੇ ਵਿੱਚ ਨਹੀਂ ਰਵਾਂਗੇ ਤੇ ਆਪਾਂ ਨੂੰ ਕੋਈ ਸਮਝ ਨਹੀਂ ਹੈਗੀ, ਆਪਣੇ ਜਾਨਵਰ ਬਿਮਾਰ ਹੋਣਗੇ, ਜ਼ਾਇਆ ਹੋਣਗੇ, ਤੇ ਫਿਰ ਆਪਾਂ ਕਵਾਂਗੇ ਇਸ ਕੰਮ ਦੇ ਵਿੱਚ ਘਾਟਾ ਵਾ, ਠੀਕ ਹੈ ਨਾ। ਜਦੋਂ ਅਸੀਂ ਕੋਈ ਕੰਮ ਕਰਨਾ ਹੀ ਨਹੀਂ, ਸਾਨੂੰ ਕਿਸੇ ਕੰਮ ਦਾ ਪਤਾ ਹੀ ਨਹੀਂਗਾ ਵੀ ਕੰਮ ਕਿੱਦਾਂ ਕਰਨਾ, ਠੀਕ ਹੈ ਨਾ, ਤੇ ਸਾਨੂੰ ਉਹਦੇ ਵਿੱਚ ਘਾਟਾ। ਕਿਉਂਕਿ ਦੋਸਤੋ ਹੁਣ ਇਹਨਾਂ ਨੂੰ ਮੈਂ ਤਕਰੀਬਨ ਕੋਈ 2 ਘੰਟੇ ਪਹਿਲਾਂ ਇਹਨਾਂ ਨੂੰ ਮੈਂ ਚਾਰਾ ਵਗੈਰਾ ਪਾਇਆ ਵਾ, ਖੁਸ਼ਕ ਚਾਰਾ, 2-2.5 ਘੰਟੇ ਪਹਿਲਾਂ, ਠੀਕ ਹੈ ਨਾ। ਪੁਰਾਣੇ ਦੋਸਤਾਂ ਨੂੰ ਤਾਂ ਪਤਾ ਹੋਏਗਾ, ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਆਲਰੇਡੀ, ਠੀਕ ਹੈ ਨਾ, ਉਹਨਾਂ ਨੂੰ ਪਤਾ ਮੈਂ ਕਿਹੜਾ ਖੁਸ਼ਕ ਚਾਰਾ ਪਾਉਂਦਾ। ਜਿਹੜੇ ਭਰਾਵਾਂ ਨੂੰ ਨਹੀਂ ਪਤਾ ਉਹ ਕਮੈਂਟ ਕਰੋ, ਇਨਸ਼ਾਅੱਲਾ ਅਗਲੀ ਵੀਡੀਓ ਵਿੱਚ ਫਿਰ ਚਾਰੇ ਦਾ ਬਣਾ ਦਾਂਗੇ, ਠੀਕ ਹੈ ਨਾ, ਵੀ ਕਿਹੜਾ ਚਾਰਾ ਅਸੀਂ ਖੁਸ਼ਕ ਪਾਈ ਦਾ। ਇਹ ਸਾਹਮਣੇ ਬੱਕਰਾ ਖਾ ਵੀ ਰਿਹਾ ਵਾ। ਹੁਣ ਦੇਖੋ ਜੀ, ਮੇਰਾ ਇਹ ਮਾਸ਼ਾਅੱਲਾ ਬੱਕਰਾ ਜਿਹੜਾ ਵਾ ਬੈਠਾ ਹੁਣ ਮਾਸ਼ਾਅੱਲਾ ਬਿਲਕੁਲ ਸਿਹਤਮੰਦ ਆ। ਇਹ ਥੋੜ੍ਹਾ ਢਿੱਲਾ ਹੋਇਆ, ਇਹ ਚਾਰਾ ਵਗੈਰਾ ਨਹੀਂ ਸੀ ਖਾ ਰਿਹਾ, ਠੀਕ ਹੈ ਨਾ। ਬਿਮਾਰ ਬੱਕਰੇ ਦੀ ਪਹਿਚਾਣ ਹੀ ਇਹ ਆ ਵੀ ਜਦੋਂ ਉਹ ਚਾਰਾ ਨਹੀਂ ਖਾਏਗਾ, ਇੱਕ ਜਗ੍ਹਾ 'ਤੇ ਸੁਸਤ ਹੋ ਕੇ ਇੱਕ ਨੁੱਕਰ 'ਚ ਜਾ ਕੇ ਖਲੋ ਜਾਏਗਾ, ਸਮਝੋ ਉਹ ਬਿਮਾਰ ਆ, ਠੀਕ ਹੈ ਨਾ। ਉਹ ਚਾਰਾ ਵਗੈਰਾ ਨਹੀਂ ਖਾ ਰਿਹਾ, ਠੀਕ ਹੈ ਨਾ, ਉਹ ਤੁਹਾਡਾ ਜਾਨਵਰ ਬਿਮਾਰ ਆ, ਠੀਕ ਹੈ ਨਾ। ਜਿਹੜਾ ਜਾਨਵਰ ਬਿਲਕੁਲ ਸਹੀ ਹੋਏਗਾ ਨਾ, ਸਿਹਤਮੰਦ ਹੋਏਗਾ, ਉਹ ਬਿਲਕੁਲ ਤੰਦਰੁਸਤ ਹੋਏਗਾ, ਉਹ ਬਿਲਕੁਲ ਤੇਜ਼ੀ ਨਾਲ ਖਾਣਾ ਖਾਏਗਾ। ਉਹਦੀ ਜਿਹੜੀ ਖਾਣਾ ਖਾਣ ਦੀ ਸਪੀਡ ਹੈ ਨਾ, ਵੀ ਉਹ ਜ਼ਿੱਦ ਲਾ ਕੇ ਖਾਣਾ ਖਾਏਗਾ, ਪਹਿਲਾਂ ਮੈਂ ਖਾਣਾ, ਉਹ ਇੱਦਾਂ ਕਰੇਗਾ। ਪਹਿਲਾਂ ਉਹਦੀ ਕੋਸ਼ਿਸ਼ ਇਹ ਹੋਏਗੀ ਕਿ ਸਭ ਤੋਂ ਪਹਿਲਾਂ ਖਾਣਾ ਮੈਂ ਖਾਵਾਂ, ਠੀਕ ਹੈ ਨਾ। ਤੇ ਬਿਮਾਰ ਜਾਨਵਰ ਦੇ ਕੇ ਇਹ ਪਹਿਚਾਣ ਹੋ ਗਈ ਆ, ਉਹ ਖਾਣਾ ਛੱਡ ਦੇਗਾ। ਦੂਜੀ ਇਹ ਆ, ਉਹ ਇੱਕ ਜਗ੍ਹਾ 'ਤੇ ਸੁਸਤ ਰਹੇਗਾ, ਠੀਕ ਹੈ ਨਾ, ਇੱਕ ਜਗ੍ਹਾ 'ਤੇ ਖੜਾ ਰਹੇਗਾ। ਇਸ ਬੱਕਰੇ ਦੀ ਵੀ ਇਹੀ ਕੰਡੀਸ਼ਨ ਸੀਗੀ, ਠੀਕ ਹੈ ਨਾ। ਇਹ ਵੀ ਇੱਕ ਜਗ੍ਹਾ 'ਤੇ ਖਲੋਤਾ ਸੀ, ਚਾਰਾ ਵਗੈਰਾ ਨਹੀਂ ਸੀ ਖਾ ਰਿਹਾ। ਫਿਰ ਇਹ ਪਿੱਛੇ ਜਿਹੜੀ ਬੱਕਰੀ ਖੜੀ ਆ ਬੱਕਰੇ ਦੇ, ਠੀਕ ਹੈ ਨਾ, ਇਹਦੀ ਵੀ ਇਹੀ ਕੰਡੀਸ਼ਨ ਸੀਗੀ। ਤੇ ਇਹਨੂੰ ਕੋਈ ਨਾ ਠੰਡ ਵਗੈਰਾ ਲੱਗ ਗਈ ਸੀ ਇਹਦਾ, ਤੇ ਇਸ ਕਰਕੇ ਨਾ ਇਹਦਾ ਜਿਹੜਾ ਟੈਂਪਰੇਚਰ ਥੋੜ੍ਹਾ ਹਾਈ ਹੋ ਗਿਆ ਸੀ। 105 ਤੇ ਟੈਂਪਰੇਚਰ ਸੀਗਾ ਮੇਰੇ ਖਿਆਲ ਨਾਲ, 104-5 ਤੇ ਟੈਂਪਰੇਚਰ ਸੀ ਬੱਕਰੀ ਦਾ, ਠੀਕ ਹੈ ਨਾ। ਤੇ ਜਿਹਦੀ ਵਜ੍ਹਾ ਤੋਂ ਫਿਰ, ਕਿਉਂਕਿ ਮੈਂ ਤੁਹਾਨੂੰ ਬੱਕਰੀਆਂ ਦੇ ਵਿੱਚ ਰਹਿੰਦਾ ਵਾਂ 24 ਘੰਟੇ, ਇੱਥੇ ਆਪਣੇ ਜਾਨਵਰਾਂ 'ਚ ਬੈਠਾ ਰਹਿੰਦਾ, ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਟਾਈਮ ਨਾਲ ਇਹਦਾ ਇਲਾਜ ਕਰਵਾ ਲਿਆ, ਠੀਕ ਆ। ਉਸ ਤੋਂ ਬਾਅਦ ਇਹ ਯਾਰ ਸਾਹਮਣੇ ਬੱਕਰਾ ਖੜਾ ਆਪਣਾ, ਠੀਕ ਹੈ ਨਾ, ਇਹਦਾ ਟੈਂਪਰੇਚਰ ਸੀਗਾ ਜੀ 105 ਤੇ, ਠੀਕ ਹੈ ਨਾ। ਫਿਰ ਡਾਕਟਰ ਨੂੰ ਬੁਲਾਇਆ ਸੀ, ਸੁਬਾਹ ਟਾਈਮ ਡਾਕਟਰ ਨੂੰ ਕਾਲ ਕੀਤੀ ਸੀ ਵੀ ਜਲਦੀ ਆ ਜਾਵੇ, ਲੇਕਿਨ ਉਹ ਪੱਠੇ ਵਗੈਰਾ ਲੈਣ ਗਿਆ ਸੀ ਡਾਕਟਰ, ਠੀਕ ਹੈ ਨਾ। ਡਾਕਟਰ ਨੂੰ ਜਾਨਵਰ ਵਗੈਰਾ ਰੱਖੇ, ਉਹ ਵੀ ਕਹਿੰਦਾ ਮੈਂ ਭਾਈ ਆਪਣਾ ਚਾਰਾ ਵਗੈਰਾ ਲੈਣ ਗਿਆ ਵਾਂ ਤੇ ਮੈਂ ਵਾਪਸੀ ਆਵਾਂਗਾ ਤੇ ਫਿਰ ਇਨਸ਼ਾਅੱਲਾ ਤੁਹਾਡਾ ਮੈਂ ਆ ਕੇ ਇਹ ਦੇਖ ਲੈਂਦਾ ਮੈਂ ਜਾਨਵਰ ਕੀ ਕੰਡੀਸ਼ਨ ਹੈ ਜਾਨਵਰ ਦੀ। ਤੇ ਉਹਨੇ ਫਿਰ ਆ ਕੇ ਦੇਖਿਆ ਸਾਰਾ ਕੁਛ, ਸੂਰਤ ਹਾਲ ਟੈਂਪਰੇਚਰ ਚੈੱਕ ਕੀਤਾ ਤੇ 105 ਤੇ ਟੈਂਪਰੇਚਰ ਸੀਗਾ। ਉਹਦੇ ਕੋਲ 3 ਟੀਕੇ ਵਗੈਰਾ ਲਾ ਕੇ ਗਿਆ ਵਾ, ਠੀਕ ਹੈ ਨਾ। ਬਿਮਾਰ ਹੋਣ ਤੋਂ ਤਕਰੀਬਨ ਜੀ, ਬਿਮਾਰ ਹੋਣ ਤੋਂ ਨਾ ਇਹ
ਇੱਕ ਜਾਂ ਦੋ ਦਿਨ ਪਹਿਲਾਂ ਤਕਰੀਬਨ ਅਸੀਂ ਵੈਕਸੀਨ ਕਰਵਾਈ ਹੈ ਜੀ ETV ਦੀ, ਠੀਕ ਹੈ ਨਾ। ਅਤੇ ਮਾਸ਼ਾਅੱਲਾ ਜਾਨਵਰਾਂ ਦੀ ਆਪਣੀ ਬਚਤ ਆ ਜਿਹੜੀ ਹੈਗੀ ਆ ਨਾ। PPR ਦਾ ਜਿਹੜਾ ਟਾਈਮ ਗੁਜ਼ਰ ਗਿਆ ਵਾ ਉਹ ਹੁੰਦੀ ਆ ਸਤੰਬਰ ਦੇ ਵਿੱਚ, ਠੀਕ ਹੈ ਨਾ। ਸਤੰਬਰ ਦੇ ਮਹੀਨੇ 'ਚ, ਅਗਸਤ ਸਤੰਬਰ ਦੇ ਮਹੀਨੇ 'ਚ ਤੁਹਾਡੀ ਜਿਹੜੀ PPR ਦੀ ਵੈਕਸੀਨ ਹੁੰਦੀ ਆ। ਉਸ ਤੋਂ ਬਾਅਦ ਆ ਜਾਂਦਾ ਜੀ ETV ਦਾ ਟਾਈਮ। ਹੁਣ PPR ਦੀ ਜੇ ਭਰਾ ਪੁਰਾਣੇ ਹੋਣਗੇ ਉਹਨਾਂ ਨੂੰ ਵੀਡੀਓ ਬਣਾਈ ਸੀ ਕਿ ਵੈਕਸੀਨ ਕਰਵਾਵਾਂਗਾ, ਲੇਕਿਨ ਉਹ ਵੈਕਸੀਨ ਨਹੀਂ ਹੋ ਸਕੀ ਸਾਡੇ ਕੋਲੋਂ, ਠੀਕ ਹੈ ਨਾ। ਉਹ ਟਾਈਮ ਨਹੀਂ ਸੀ ਹੈਗਾ। ਇੱਕ ਦੋ ਦਫਾ ਡਾਕਟਰ ਨੂੰ ਕਿਹਾ ਵੀ ਸੀ, ਲੇਕਿਨ ਡਾਕਟਰ ਨਹੀਂ ਸੀ ਆਇਆ ਉਦੋਂ, ਜਿਹਦੀ ਵਜ੍ਹਾ ਤੋਂ ਉਦੋਂ ਜਿਹੜੀ ਆ ਨਾ ਸਾਡੀ ਇਹ ਵੈਕਸੀਨ ਨਹੀਂ ਹੋ ਸਕੀ। ਫਿਰ ਅਸੀਂ ਹੁਣ ETV ਦੀ ਕਰਵਾ ਲਈ, ਕਿਉਂਕਿ ETV ਦਾ ਟਾਈਮ ਸੀਗਾ, ਅਤੇ ਇਸ ਵਜ੍ਹਾ ਤੋਂ ਸਾਨੂੰ ਅਸੀਂ ਸੋਚਿਆ ਕਿ ਜਿੰਨਾ ਛੇਤੀ ਹੋ ਸਕਦਾ ਵਾ ਸਾਨੂੰ ਕਰਵਾਉਣੀ ਚਾਹੀਦੀ ਆ, ਠੀਕ ਹੈ ਨਾ। ਹੁਣ ਅਸੀਂ ETV ਦੀ ਜਿਹੜੀ ਵੈਕਸੀਨ ਕਰਵਾ ਲਈ ਸੀ। ਸਾਰੇ ਜਾਨਵਰਾਂ ਨੂੰ ਮਾਸ਼ਾਅੱਲਾ ਵੈਕਸੀਨ ਹੋਈ ਹੈ ਆਪਣੀ। ਅਤੇ ਪ੍ਰਾਈਵੇਟ ਕਰਵਾਈ ਸੀਗੀ, ਸਰਕਾਰੀ ਤਾਂ ਨਹੀਂ ਸੀ ਕਰਵਾਈ, ਅਸੀਂ ਕਰਵਾਈ ਸੀ ਪ੍ਰਾਈਵੇਟ, ਠੀਕ ਹੈ ਨਾ। ਅਤੇ ਉਹ ਡਾਕਟਰ ਸਾਹਿਬ ਨੇ ਸਾਡੇ ਕੋਲ ਪਰ ਪੀਸ 150 ਰੁਪਇਆ ਲਿਆ ਇੱਕ ਬੱਕਰੀ ਦੀ ਵੈਕਸੀਨ ਕਰਾਉਣ ਦਾ, ਠੀਕ ਹੈ ਨਾ। ਅਤੇ ਕਈ ਇਲਾਕਿਆਂ 'ਚ ਘੱਟ ਵਾ, ਲੇਕਿਨ ਜਿਹੜੇ ਲਾਈਵ ਸਟੋਕ ਵਾਲੇ ਹੁੰਦੇ ਉਹ ਫ੍ਰੀ ਕਰ ਦਿੰਦੇ ਹੁੰਦੇ ਆ, ਠੀਕ ਹੈ ਨਾ। ਤੁਹਾਡੇ ਫਾਰਮ 'ਤੇ ਆ ਕੇ ਵਿਜ਼ਿਟ ਕਰਦੇ ਆ, ਫਾਰਮ 'ਤੇ ਆ ਕੇ ਤੁਹਾਡੀ ਨਾ ਜਿਹੜੀ ਵੈਕਸੀਨ ਉਹ ਫ੍ਰੀ ਕਰ ਜਾਂਦੇ ਆ। ਅਤੇ ਦੋਸਤੋ ਇਹ ਵੀਡੀਓ ਅੱਜ ਦੀ, ਠੀਕ ਹੈ ਨਾ, ਵੀ ਤੁਸੀਂ ਜਿੰਨੀ ਦੇਰ ਤੱਕ ਤੁਸੀਂ ਆਪਣੇ ਜਾਨਵਰਾਂ ਦੇ ਵਿੱਚ ਨਹੀਂ ਬਹਿਣਾ ਉਨੀ ਦੇਰ ਤੱਕ ਤੁਹਾਨੂੰ ਸਮਝ ਨਹੀਂ ਲੱਗਣੀ ਵੀ ਜਾਨਵਰ ਦੀ ਕੀ ਕੰਡੀਸ਼ਨ ਆ, ਠੀਕ ਹੈ ਨਾ। ਤੁਸੀਂ ਆਪਣੇ ਵਿੱਚ ਜਾਨਵਰ ਦੇ ਵਿੱਚ ਸਿਰਫ 4 ਘੰਟੇ, ਸਿਰਫ ਨਾ 24 ਘੰਟਿਆਂ 'ਚੋਂ 4 ਘੰਟੇ ਤੁਸੀਂ ਆਪਣੇ ਜਾਨਵਰ ਨੂੰ ਦੇ ਦਿਓ, ਠੀਕ ਹੋ ਗਿਆ ਨਾ। ਇਨਸ਼ਾਅੱਲਾ ਮੈਂ ਕਹਾਂਗਾ ਕਿ ਤੁਸੀਂ ਕਾਮਯਾਬ ਹੋ। ਜੋ ਤੁਹਾਨੂੰ ਤੁਹਾਡੀ ਜਾਨਵਰ ਦੀ ਕੰਡੀਸ਼ਨ ਪਤਾ ਲੱਗ ਜਾਏਗੀ ਨਾ ਵੀ ਕਿਹੜੀ ਕੰਡੀਸ਼ਨ 'ਚ ਹੈ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਣੀ। ਇਹ ਮੈਂ ਤੁਹਾਨੂੰ ਦੱਸਦਾ ਵਾਂ ਕਿ ਵੀ 2 ਘੰਟੇ ਤੁਸੀਂ ਸੁਬਾਹ ਨੂੰ ਅਤੇ 2 ਘੰਟੇ ਤੁਸੀਂ ਸ਼ਾਮ ਨੂੰ ਤੁਸੀਂ ਆਪਣੇ ਜਾਨਵਰ ਦੇ ਵਿੱਚ ਬਹਿਣਾ ਜੇ ਲਾਜ਼ਮੀ, ਠੀਕ ਹੈ ਨਾ। ਅਤੇ ਇਨਸ਼ਾਅੱਲਾ ਤੁਹਾਨੂੰ ਖੁਦ ਹੀ ਕੰਡੀਸ਼ਨ 'ਤੇ ਪਤਾ ਲੱਗ ਜਾਏਗਾ। ਬਾਕੀ ਤੁਹਾਨੂੰ ਖੁਦ ਬੋਲ ਕੇ ਦੱਸਾਂਗੇ ਵੀ ਸਾਨੂੰ ਕੀ ਮਸਲਾ ਵਾ, ਠੀਕ ਹੈ ਨਾ। ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ। ਬਾਕੀ ਮਿਲਦੇ ਇਨਸ਼ਾਅੱਲਾ ਤਾਲਾ ਅਗਲੀ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।